ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਭਾਗ 64ਵਾਂ 64 ਮਹੱਲਾ ਪਹਿਲਾ। ਅੰਦਰੋਂ ਝੂਠੇ ਪੈ ਜਵਾਰ ਦੁਨੀਆ ਅੰਦਰ ਫੈਲ, 68 ਤੀਰਥ ਜੇ ਨਾਵੈ ਉਤਰੇ ਨਾਹੀ ਮੈਲ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿਨ ਨਿਉ ਲੱਗਾ ਰਬ ਸੇਤੀ ਦੇਖਨੇ ਵਿਚਾਰ। ਰੰਗ ਹਸੈ ਰੰਗ ਰੋਵੈ ਚੁੱਪ ਪੀ ਕਰ ਜਾਹੈ, ਪਰਵਾਹ ਨਹੀਂ ਕਿਸੇ ਕੇਰੀ ਆ ਸੱਚੇ ਨਾ। ਦਰਵਾਟ ਉੱਪਰ ਖਰਚ ਮੰਗਾ ਜੱਬੇ ਦੇ ਤਾਂ ਖਾਏ, ਦੀਵਾਨ ਏਕੋ ਕਲਮ ਏਕਾ ਹੰਮਾ ਤੁਮਾ ਮੇਲ। ਦਰ ਲੇਖਾ ਦਰ ਲੈ ਲੇਖਾ ਪੀੜ ਛੁੱਟੇ ਨਾਨਕਾ ਜਿਉ ਤੇਲ। ਅੰਦਰੋਂ ਝੂਠੇ ਪਹਿਜ ਵਾਰ ਦੁਨੀਆ ਅੰਦਰ ਫੈਲ, 68 ਤੀਰਥ ਜੇ ਨਾਵੇ ਉਤਰੇ ਨਾਹੀ ਮੈਲ। ਸਤਿਗੁਰ ਸਮਝਾਉਂਦੇ ਆ ਭਾਈ ਮਨ ਦੇ ਸੁਭਾਅ ਬਾਰੇ, ਮਨ ਕੀਆਂ ਮਤੀਆਂ ਜਿੰਨੀਆਂ ਵੀ ਆਪਾਂ ਦੇਖਦੇ ਹਾਂ, ਪਿੱਛੇ ਵੀ ਆਪਾਂ ਵਿਚਾਰ ਕੀਤੀ ਸੀਗੀ। ਪਰ ਤ੍ਰਿਆ ਪਰ ਧਨ ਰੂਪ ਜਿੰਨੀਆਂ ਸੰਸਾਰੀ ਮੱਤਾਂ ਨੇ, ਤ੍ਰਿਆ ਮੱਤਾਂ ਸੰਸਾਰ 'ਚ ਵੈਸੇ ਤ੍ਰਿਆ ਔਰਤ ਨੂੰ ਕਿਹਾ ਜਾਂਦਾ ਹੈ, ਪਰ ਇਹ ਮੱਤਾਂ ਦਾ ਖਸਮ ਕੋਈ ਨਹੀਂ ਹੈਗਾ। ਇਹ ਮਾਨਵ ਸੋਚ ਹੈ, ਮਾਇਆ 'ਚ ਹੀ ਪੈਦਾ ਹੁੰਦੀ ਹੈ, ਮਾਇਆ 'ਚ ਹੀ ਸਮਾਪਤ ਹੋ ਜਾਂਦੀ ਹੈ। ਆਸਾ ਦੀ ਵਾਰ ਦੇ ਵਿੱਚ ਹੀ ਆਪਾਂ ਨੂੰ ਸਤਿਗੁਰ ਸਾਹਿਬਾਨਾਂ ਨੇ ਸਮਝਾਇਆ। ਗੁਰੂ ਸਾਹਿਬਾਨਾਂ ਦਾ ਜਿਹੜਾ ਮਾਰਗ ਹੈ ਆਪਾਂ ਨੂੰ ਦੋ ਹੀ ਪੱਖ ਸਮਝਾਉਂਦਾ ਹੈ। ਕਿਸੇ ਦੀ ਵੀ ਆਪਾਂ ਵਿਚਾਰ ਕਰ ਲਈਏ, ਭਗਤ ਬਾਣੀ ਕਰ ਲਈਏ, ਗੁਰੂ ਸਾਹਿਬਾਨਾਂ ਦੀ ਵਿਚਾਰ ਕਰ ਲਈਏ, ਦੋ ਹੀ ਪੱਖ ਆਪਾਂ ਨੂੰ, ਸੱਚ ਔਰ ਝੂਠ। ਸੱਚ ਦਾ ਦਰਸ਼ਨ ਕਰਾਉਂਦੀ ਹੈ ਬਾਣੀ ਭਾਈ। ਸੱਚ ਦਾ ਦਰਸ਼ਨ ਤਾਂ ਹੋਊਗਾ ਜੇ ਹੁਣ ਆਪਾਂ ਝੂਠ ਛੱਡਾਂਗੇ। ਪਰ ਆਪਾਂ ਤਾਂ ਇਹ ਸਾਰੀਆਂ ਪ੍ਰਾਪਤੀਆਂ ਤੀਰਥਾਂ 'ਤੇ ਜਾ ਕੇ ਬਾਹਰ ਭੇਖ ਕਰਕੇ ਇਹ ਪ੍ਰਾਪਤੀਆਂ ਸਮਝੀ ਬੈਠੇ ਹਾਂ ਭਾਈ। ਬਾਣੀ ਤਾਂ ਮੰਨਦੀ ਨਹੀਂ ਇਹਨੂੰ। ਸੁੱਚੇ ਇਹ ਨਾ ਆਖੀਏ ਬਹਿਨ ਜੋ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਇਸ ਮਨ ਵਸਿਆ ਸੋਏ। ਮਨ 'ਚ ਵਸਾਉਣ ਨੂੰ ਕਹਿੰਦੀ ਹੈ ਬਾਣੀ ਭਾਈ। ਮਨ 'ਚ ਉਹੀ ਚੀਜ਼ ਵਸਦੀ ਹੈ ਜਿਹਨੂੰ ਮਨ ਪ੍ਰੇਮ ਕਰਦਾ ਹੈ ਭਾਈ। ਹੁਣ ਅਸੀਂ ਇੱਥੋਂ ਵਿਚਾਰਨਾ ਹੈ, ਦੋ ਹੀ ਪੱਖ ਨੇ ਆਪਣੇ ਕੋਲੇ। ਮਨ ਦਾ ਸੁਭਾਅ, ਮਨ ਕੀਆਂ ਮਤੀਆਂ ਸਾਰੀਆਂ ਜਿੰਨੀਆਂ ਭਗਤੀਆਂ ਪਿੱਛੇ ਆਪਾਂ ਕਰਦੇ ਆਏ ਹਾਂ, ਪੌੜੀਆਂ ਚੜ੍ਹਦੇ ਆਏ ਹਾਂ, ਸਾਰੀਆਂ ਬਾਣੀ ਕੀ ਕਹਿੰਦੀ ਹੈ? ਧਰਮ ਕਰਮ ਪਾਖੰਡ ਜੋ ਦਿਸੇ ਜੰਮ ਜਗਾਤੀ ਲੁੱਟੈ। ਫਿਰ ਇਹ ਤਾਂ ਇੱਥੇ ਸਾਰਾ ਕੁਛ ਰਹਿ ਜਾਂਦਾ ਭਾਈ। ਫਿਰ ਹਾਂ, ਦੁਨੀਆ 'ਚ ਵਡਿਆਈ ਮਿਲਦੀ ਹੈ ਭੇਖ ਪਾਉਣ ਨਾਲ, ਪਰ ਸੰਸਾਰ ਕੀ ਵਡਿਆਈਆਂ ਅੱਗੀ ਸੇਤੀ ਜਾਲ। ਇਹ ਜਲਣੀ ਜਗ ਜਾਲਿਆ ਜਨ ਦਿੱਤਾ ਨਾਮ ਬਸਾਰ। ਫਿਰ ਨਾਮ ਦੀ ਪ੍ਰਾਪਤੀ ਖਾਤਰ ਫਿਰ ਸਾਨੂੰ 84 ਲੱਖ ਦਾ ਗੇੜਾ ਕੱਟ ਕੇ ਆਉਣਾ ਪਊਗਾ। ਮਨੁੱਖਾ ਦੇ ਹੀ ਮਿਲੀ ਆਪਾਂ ਨੂੰ ਨਾਮ ਦੀ ਪ੍ਰਾਪਤੀ ਖਾਤਰ ਹੈ। ਅਸੀਂ ਤੀਰਥਾਂ 'ਤੇ ਜਾਂਦੇ ਹਾਂ, ਗਵਨ ਕਰਦੇ ਹਾਂ, ਹੰਕਾਰ ਪੈਦਾ ਕਰ ਲੈਂਦੇ ਹਾਂ। ਤੀਰਥ ਵਰਤ ਔਰ ਦਾਨ ਕਰ ਮਨ ਮੇ ਧਰੇ ਗੁਮਾਨ, ਸਭ ਨਿਸਫਲ ਜਾਤ ਹੈ ਜੂੰ ਕੁੰਚਰ ਸਨਾਨ। ਸਭ ਨਿਸਫਲ ਚਲੇ ਜਾਂਦਾ। ਸਤਿਗੁਰ ਤਾਂ ਸਮਝਾਉਂਦੇ ਆ ਭਾਈ। ਸੰਸਾਰੀ ਮੱਤਾਂ ਕਹਿੰਦੀਆਂ ਭਾਈ ਦੂਏ ਹੱਥ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਦਾਨ ਕਰਕੇ। ਉਹ ਦੂਆ ਹੱਥ ਥੋੜ੍ਹੀ ਦਾਨ ਕਰਦਾ, ਅੰਦਰੋਂ ਇੱਛਾ ਉੱਠਦੀ, ਉਹ ਹਿਸਾਬ ਨਾਲ ਕਰਦੇ ਹਾਂ। ਲੋਕਾਂ ਨੂੰ ਅਸੀਂ ਗੁੰਮਰਾਹ ਕਰਦੇ ਹਾਂ ਧਰਮ ਦੇ ਨਾਂ 'ਤੇ ਵੀ। ਨਹੀਂ ਭਾਈ, ਦਾਨ ਉਹ ਚੀਜ਼ ਕਰੀਦੀ ਹੈ ਗੁਰਮਤਿ ਅਨੁਸਾਰ ਜਿਹੜੀ ਸਾਡੀ ਹੋਵੇ ਚੀਜ਼, ਉਹਦੇ ਨਾਲ ਪ੍ਰੇਮ ਕਰੀਏ ਜਿਹੜੀ ਅਸੀਂ ਨਾਲ ਲਿਜਾ ਸਕੀਏ। ਇੱਥੋਂ ਤਾਂ ਕੁਛ ਵੀ ਨਹੀਂ ਆਪਾਂ ਨਾਲ ਲਿਜਾ ਸਕਦੇ। ਸਾਰਾ ਕੁਛ ਇੱਥੇ ਹੀ ਜੰਮ ਰਖਾ ਲੈਂਦਾ। ਇਹ ਖਰ ਕੇ ਨਾਮ ਬਿਨ, ਹਰਨਾਮ ਤੋਂ ਬਿਨਾਂ ਸਾਰਾ ਕੁਛ ਇੱਥੇ ਰਖਾ ਲੈਂਦਾ। ਅੱਗੇ ਵਾਲਾ ਖੇਲ ਸਾਡਾ ਬਾਕੀ ਰਹਿ ਜਾਂਦਾ, ਅੱਗੇ ਲਈਏ ਖੋ। ਅਸੀਂ ਤਾਂ ਹੰਕਾਰ ਕਰੀ ਬੈਠੇ ਹਾਂ, ਆਪਦੇ ਆਪ ਨੂੰ ਸਰੀਰ ਕਰਕੇ ਪੂਰਨ ਮੰਨੀ ਬੈਠੇ ਹਾਂ। ਨਹੀਂ ਭਾਈ, ਇਹ ਤੋਂ ਉੱਪਰ ਉੱਠਣਾ ਆਪਾਂ। ਪਰ ਸੱਚ ਦਾ ਦਰਸ਼ਨ ਕਰਨਾ, ਗੁਰ ਸ਼ਬਦ ਦੀ ਵਿਚਾਰ, ਗੁਰ ਕੇ ਚਰਨ, ਬਾਣੀ ਨਾਲ ਜੁੜਨਾ ਵਾ। ਇਹ ਆਪਾਂ ਕਰ ਚੁੱਕੇ ਹਾਂ। ਕੀ ਲੈਣਾ ਇਹਨਾਂ ਤੋਂ? ਇਹਦੀ ਬਾਹਲੀ ਵਿਚਾਰ ਕਰਕੇ ਕੀ ਲੱਭਣਾ? ਆਪਾਂ ਨੂੰ ਪਤਾ ਹੀ ਹੈ। ਅੰਦਰੋਂ ਝੂਠੇ ਪੈਜ ਵਾਰ ਦੁਨੀਆ ਅੰਦਰ ਫੈਰ, 68 ਤੀਰਥ ਜੇ ਨਹਾਵੇ ਉਤਰੇ ਨਾਹੀ ਮੈਲ। ਮੈਲ ਤਾਂ ਲਾਉਣੀ ਆ ਭਾਈ ਮਨ ਦੀ।
ਮਨ ਧੋਵੋ ਗੁਰ ਸ਼ਬਦ ਲਾਗੋ, ਹਰਸਿਓ ਰਹੋ ਚਿਤ ਲਾਏ। ਉਹ ਅੱਗੇ ਬੇਨਤੀ ਕਰਨੀ ਹੈ ਦਾਤੇ ਤੇ, ਰਹਿਮਤ ਲੈਣੀ ਹੈ। ਦਾਤਾ ਇਸਨੂੰ ਹੋਰ ਥਾਊ ਨਹੀਂ, ਸ਼ਬਦ ਲਾਗ ਸਵਾਰੀ ਹੈ। ਕਿਰਪਾ ਰਹਿਮਤ ਕਰ ਦਾਤਾ। ਸ਼ਬਦ ਗਿਆਨ ਤੋਂ ਬਿਨਾਂ ਇਹਨੂੰ ਕੌਣ ਸਵਾਰ ਸਕਦਾ ਵਾ। ਸਾਡਾ ਹੁਕਮ ਤਾਂ ਵਿਗਾੜਨਹਾਰਾ ਵਾ, ਗੁਰ ਸ਼ਬਦ ਜਿਹੜਾ ਗਿਆਨ ਹੈ ਸਵਾਰਨਹਾਰਾ ਵਾ। ਜਦੋਂ ਅਸੀਂ ਸੱਚ ਦੇ ਗਿਆਨ ਨਾਲ ਜੁੜਦੇ ਹਾਂ, ਗੁਰ ਸ਼ਬਦ ਦੀ ਕਮਾਈ ਕਰਦੇ ਹਾਂ, ਸਮਝ ਲਓ ਸਾਡੇ 'ਤੇ ਕਿਰਪਾ ਰਹਿਮਤ ਹੋ ਚੁੱਕੀ ਹੈ। ਸਾਡੇ ਜੀਵਨ ਦੀ ਸ਼ੁਰੂਆਤ ਹੋ ਚੁੱਕੀ ਹੈ। ਸਾਡਾ ਸੰਸਾਰ 'ਤੇ ਆਉਣਾ ਸਫਲ ਹੋ ਚੁੱਕਿਆ, ਕਿਉਂਕਿ ਉਹਦੇ ਵਿੱਚੋਂ ਗਿਆਨ ਪੈਦਾ ਹੋ ਰਿਹਾ। ਉਹੀ ਜਿਹੜਾ ਹੈਗਾ ਪਹਿਲਾ ਪਦਾਰਥ ਹੈ ਆਪਣਾ ਜੀਵਨ ਦੀ ਸ਼ੁਰੂਆਤ। ਗੁਰ ਗਿਆਨ ਪਦਾਰਥ ਨਾਮ ਹੈ। ਜਿੱਥੇ ਪੰਕਤੀ ਨਾਲ ਪਦਾਰਥ ਲੱਗਦਾ ਹੈ, ਉਹ 4 ਪਦਾਰਥ ਨੇ। ਆਪਣੇ ਪਿੱਛੇ ਵੀ ਆਪਾਂ ਵਿਚਾਰ ਕੀਤੀ, ਗਿਆਨ ਪਦਾਰਥ, ਮੁਕਤ ਪਦਾਰਥ, ਨਾਮ ਪਦਾਰਥ, ਜਨਮ ਪਦਾਰਥ। ਫਿਰ ਇਹ ਤੀਰਥਾਂ 'ਤੇ ਘੁੰਮ ਕੇ ਤਾਂ ਮਿਲਣੇ ਨਹੀਂ ਭਾਈ। ਉੱਥੋਂ ਦਾ ਵਿਚਾਰ ਦੇ ਵਿੱਚੋਂ ਆਪਾਂ ਦੇਖਣਾ ਵਾ ਵੀ ਸਾਨੂੰ ਗਿਆਨ ਮਿਲਦਾ ਕਿ ਨਹੀਂ ਮਿਲਦਾ, ਜੋ ਅਸੀਂ ਚਾਹੁੰਦੇ ਹਾਂ, ਜੋ ਸਾਨੂੰ ਬਾਣੀ ਦੱਸ ਰਹੀ ਹੈ। ਜੇ ਗੁਰੂ ਕੇ ਪਿਆਰੇ ਕੋਈ ਭਾਈ ਗੁਰਬਾਣੀ ਦੀ ਵਿਚਾਰ ਕਰ ਰਹੇ, ਉਹ ਸੁਣਨਾ ਜ਼ਰੂਰ। ਕਿਤੇ ਵੀ ਜਾਈਏ ਆਪਾਂ, ਤੀਰਥਾਂ 'ਤੇ ਜਾਈਏ, ਗੁਰੂ ਘਰ ਜਾਈਏ, ਕਿਤੇ ਵੀ ਜਾਈਏ, ਜਿੱਥੇ ਗੁਰਬਾਣੀ ਦੀ ਵਿਚਾਰ ਹੋ ਰਹੀ ਹੈ ਉਹਨੂੰ ਬੜੇ ਧਿਆਨ ਨਾਲ ਸੁਣਨਾ। ਉਹੀ ਆਪਣਾ ਜੀਵਨ ਹੈ। ਜੇ ਆਪਾਂ ਇਹੀ ਕੁਛ ਕਰਦੇ ਰਹੇ, ਫਿਰ ਉਹ ਤਾਂ ਸਤਿਗੁਰ ਸਮਝਾਉਂਦੇ ਨੇ ਝੂਠ ਹੈ ਭਾਈ ਛੇਤੀ ਫੈਲਦਾ ਵਾ, ਮੈਲ ਨਹੀਂ ਲੈਂਦੀ, ਮੈਲ ਵੱਧ ਜਾਂਦੀ ਹੈ। ਹੁਣ ਜਿਹੜੇ ਗੁਰ ਸ਼ਬਦ ਦੀ ਕਮਾਈ ਕਰਦੇ ਨੇ, ਗੁਰੂ ਭਾਣੇ ਅਨੁਸਾਰ ਚੱਲਦੇ ਨੇ, ਉਹ ਕੌਣ ਨੇ? ਜਿਨ ਪਟ ਅੰਦਰ ਬਾਹਰ ਗੋਦੜ ਤੇ ਭਲੇ ਸੰਸਾਰ। ਉਹ ਆਮ ਸੰਸਾਰੀ ਜੀਵਾਂ ਵਰਗੇ ਹੁੰਦੇ ਆ, ਕਿਉਂਕਿ ਭਗਤ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਪ੍ਰੈਕਟੀਕਲ ਕਰਕੇ ਦਿਖਾਇਆ। ਸਾਰਾ ਜੀਵਨ ਭਗਤ ਕਬੀਰ ਜੀ ਖੱਡੀ ਬੁਣਦੇ ਰਹੇ, ਭਗਤ ਨਾਮਦੇਵ ਜੀ ਕੱਪੜੇ ਸਿਉਂਦੇ ਰਹੇ। ਗੁਰੂ ਪਾਤਸ਼ਾਹ ਨੇ, ਪਹਿਲੇ ਪਾਤਸ਼ਾਹ ਨੇ ਆਪਾਂ ਨੂੰ ਖੇਤੀ ਕਰਕੇ ਦਿਖਾਈ। ਧੰਨਾ ਭਗਤ ਅਨੇਕਾਂ ਆਪਣੇ ਕੋਲ ਉਪਦੇਸ਼ ਪਏ ਨੇ, ਉਹਨਾਂ ਦਾ ਜੀਵਨ ਦੇਖ ਲਓ। ਬਾਣੀ ਜੀਵਨੀ ਆ ਉਹਨਾਂ ਦੀ। ਬਾਹਰਲੇ ਪਾਸੇ ਨਹੀਂ ਜਾਣਾ। ਜੇ ਅਸੀਂ ਗੁਰਬਾਣੀ ਤੋਂ ਬਾਹਰ ਚਲੇ ਗਏ, ਫਿਰ ਨਰਕ ਨੂੰ ਚਲੇ ਜਾਵਾਂਗੇ। ਸਤਿਗੁਰ ਵਾਜੋ ਕੱਚੀ ਬਾਣੀ ਕਹਿੰਦੇ, ਕੱਚੀਆਂ ਅੱਖ ਪਖਾਣੀ ਹੋ ਜੂ। ਫਿਰ ਕਾਲ ਲੈ ਜਾਊਗਾ। ਫਿਰ ਹੱਥਾਂ ਜੋੜੀ ਕਰਾਂਗੇ, ਕੀ ਫਾਇਦਾ? ਜਦੋਂ ਸਮਾਂ ਆ ਜਾਣਾ ਭਾਈ, ਵਿਰਦ ਸੋਝੇ ਨਹੀਂ ਕਾਲ ਪਹੁੰਚਿਓ ਆਣ। ਸਤਿਗੁਰੂ ਸਮਝਾਉਂਦੇ ਨੇ ਉਹ ਗੁਰਸਿੱਖ ਇਹੋ ਜਿਹੇ ਹੁੰਦੇ ਆ, ਉਹਨਾਂ ਦਾ ਜਿਹੜਾ ਹਿਰਦਾ ਅੰਦਰ ਹੁੰਦਾ ਰੇਸ਼ਮ ਵਰਗਾ ਹੁੰਦਾ। ਪੱਟ ਤੋਂ ਭਾਵ ਰੇਸ਼ਮ ਵਰਗਾ। ਉਹ ਕਿਸੇ ਦਾ ਬੁਰਾ ਨਹੀਂ ਚਾਹੁੰਦੇ। ਬਾਹਰੋਂ ਆਮ ਲੋਕਾਂ ਵਰਗੇ ਹੁੰਦੇ ਨੇ, ਗੁੱਦੜ ਮੁੱਦੜ। ਅਤੇ ਭਲੇ ਸੰਸਾਰ, ਉਹ ਸੰਸਾਰ ਦਾ ਭਲਾ ਕਰਦੇ ਨੇ। ਸੰਸਾਰ ਨੂੰ ਕੁਦਰਤ ਨਾਲ ਜੋੜਦੇ ਨੇ, ਪਰਮਾਤਮਾ ਨਾਲ ਜੋੜਦੇ ਨੇ। ਕਹਿ ਲਈਏ ਹਰ ਆਪਦੇ ਮੂਲ ਨਾਲ ਜੋੜਦੇ ਨੇ, ਗੁਰ ਸ਼ਬਦ ਨਾਲ ਜੋੜਦੇ ਨੇ। ਉਹੀ ਤਾਂ ਭਲਾ ਕਰ ਸਕਦੇ ਨੇ। ਪਰ ਉਹ ਕਿਹੜੀ ਅਵਸਥਾ ਵਾ? ਜਦੋਂ ਅਸੀਂ ਮਾਇਆ ਦਾ ਤਿਆਗ ਕਰਕੇ ਸੰਤੋਖੀ ਹੋ ਜਾਂਦੇ ਹਾਂ, ਮਾਇਆ ਪਾਰ ਕਰ ਜਾਂਦੇ ਹਾਂ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਜਦੋਂ ਮਾਇਆ ਪਾਰ ਸਾਡੀ ਹੋ ਜਾਂਦੀ ਹੈ, ਮਨ ਸੰਤੋਖ 'ਚ ਆ ਜਾਂਦਾ। ਸੰਤੋਖ 'ਚ ਕਦੋਂ ਆਉਂਦਾ? ਜਦੋਂ ਮਾਇਆ ਤੋਂ ਮੁਕਤ ਹੁੰਦਾ ਵਾ। ਉਸ ਅਵਸਥਾ ਤੋਂ ਬਾਂਹ ਜਾ ਕੇ ਫਿਰ ਸੇਵਾ ਸ਼ੁਰੂ ਹੁੰਦੀ ਹੈ। ਉਦੋਂ ਪਹਿਲਾਂ ਜਿਹੜੀ ਸੇਵਾ ਕਰਦੇ ਹਾਂ ਅਸੀਂ, ਉਹ ਭਰਮ ਹੀ ਆ। ਸੇਵਕ ਕੋ ਸੇਵਾ ਬਣਾਈ, ਹੁਕਮ ਬੂਝ ਪਰਮ ਭਾਈ। ਹੁਕਮ ਬੁੱਝੇ ਤੋਂ ਬਿਨਾਂ ਕਿਵੇਂ ਸਮਝਾਵਾਂਗੇ ਭਾਈ ਅਸੀਂ? ਉਸ ਅਵਸਥਾ ਤੋਂ ਬਾਅਦ ਫਿਰ ਸੇਵਾ ਸ਼ੁਰੂ ਹੁੰਦੀ ਹੈ। ਧੰਨ ਧੰਨ ਜਨ ਆਇਆ, ਇਹ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹੋ ਸੁਭਾਓ, ਜਨ ਕੇ ਸੰਗ ਚਿਤ ਆਵੇ ਨਾ। ਉਹਨਾਂ ਦਾ ਇੱਕ ਹੀ ਮਨੋਰਥ ਹੁੰਦਾ, ਕਿਤੇ ਵੀ ਜਾਣ ਇਹ ਨਾਮ ਹੁਕਮ ਨਾਲ ਜੁੜ ਜਾਣ ਭਾਈ। ਕਿ ਉਹਨਾਂ ਨੂੰ ਪਤਾ ਹੈ, ਉਹ ਜਾਣ ਲੈਂਦੇ ਨੇ ਕਿ ਉਹਨਾਂ ਨੇ ਮਾਇਆ ਪਾਰ ਕੀਤੀ ਹੁੰਦੀ ਆ, ਗੁਰੂ ਦੇ ਪਿਆਰੇ ਹੁੰਦੇ ਨੇ। ਉਹ ਜਾਣਦੇ ਨੇ ਵੀ ਗੁਰਸ਼ਬਦ ਦੇ ਗਿਆਨ ਤੋਂ ਬਿਨਾਂ ਇਹਨੂੰ ਕਾਲ ਨੇ ਛੱਡਣਾ ਨਹੀਂ ਹੈਗਾ। ਜੰਮਣ ਮਰਨ ਨੂੰ ਫਿਰ ਚਲੇ ਜਾਣਗੇ। ਉਹ ਤਾਂ ਭਲਾ ਕਰਦੇ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਤਿੰਨ ਨੇਹ ਲੱਗਾ ਰੱਬ ਸੇਤੀ, ਦੇਖਣੇ ਵਿਚਾਰ। ਉਹ ਵਿਚਾਰ 'ਚ ਲੱਗੇ ਰਹਿੰਦੇ ਆ। ਵਿਚਾਰ 'ਚ ਜਿਹੜਾ ਗਿਆਨ ਪੈਦਾ ਹੁੰਦਾ ਹੈ, ਉਹ ਗਿਆਨ ਨਾਲ ਦਰਸ਼ਨ ਹੁੰਦਾ ਹੈ। ਪਹਿਲਾ ਦਰਸ਼ਨ ਹੈ, ਆਪਾਂ ਪਿੱਛੇ ਹੀ ਵਿਚਾਰਾ ਸੀ, 4 ਦਰਸ਼ਨ ਹੈ ਆਪਾਂ ਨੂੰ ਹਰ ਤੱਕ। ਸਿੱਧੀ ਪਰਮਾਤਮਾ ਦੀ ਆਪਾਂ ਗੱਲ ਕਰਦੇ ਹਾਂ ਨਹੀਂ ਭਾਈ, ਨਾਮ ਦੀ ਹੁਕਮ ਦੀ ਵੀ ਨਹੀਂ ਆਪਾਂ ਗੱਲ ਕਰ ਸਕਦੇ। ਵਿਚਾਰ ਕਰ ਸਕਦੇ ਹਾਂ। ਜੋ ਅਵਸਥਾ ਗੁਰਬਾਣੀ ਸਮਝਾਈਆਂ ਗਈਆਂ ਨੇ, ਉਹ ਅਵਸਥਾ ਦੇ ਨਾਂ ਨੇ, ਕੋਈ ਅਲੱਗ-ਅਲੱਗ ਨਹੀਂ ਹੁੰਦਾ ਯੁੱਗ ਚੱਲਦੇ। ਉਹ 4 ਨੇ, ਦਰਸ਼ਨ, ਪਰਸਣ, ਸਰਸਣ, ਹਰਸਣ। 4 ਲਾਵਾਂ ਨੇ, 4 ਖਾਣੀਆਂ ਨੇ, 4 ਬਾਣੀਆਂ ਨੇ, 4 ਪਦਾਰਥ ਨੇ। ਇਹ ਸਮਝਣੇ ਨੇ ਆਪਾਂ। ਪਹਿਲਾ ਦਰਸ਼ਨ ਗਿਆਨ। ਗਿਆਨ ਤੋਂ ਬਾਅਦ ਪਹਿਲਾ ਦਰਸ਼ਨ ਗੁਰਮਤਿ ਮਾਰਗ ਦਰਸ਼ਨ, ਇਹਨੂੰ ਕਹਿੰਦੀ ਹੈ ਬਾਣੀ। ਗਿਆਨੀਆਂ ਦਾ ਮਾਰਗ ਹੈ ਭਾਈ। ਫਿਰ ਪਰਸਣ ਗਿਆਨ ਨਾਲ ਮਨ ਬੁੱਧੀ ਮਾਇਆ ਦਾ ਤਿਆਗ ਕਰਕੇ ਆਪਦੇ ਗੁਰ ਦੇ ਚਰਨ ਬਾਣੀ ਨੂੰ ਪਰਸ ਲੈਂਦੇ ਨੇ, ਸਪਰਸ਼ ਕਰਦੇ ਨੇ ਇਹਦੇ ਨਾਲ। ਅਤੇ ਜਿਹੜਾ ਸਾਡਾ ਜੀਵਨ ਬਦਲ ਜਾਂਦਾ ਵਾ। ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ। ਫਿਰ ਸੋਝੀ ਹੁੰਦੀ ਹੈ ਜਦੋਂ ਅਸੀਂ ਮੰਨ ਲੈਂਦੇ ਹਾਂ। ਸਾਡੀ ਸੁਰਤ ਭਾਵ ਬੁੱਧੀ ਦੇ ਵਿੱਚ ਗਿਆਨ ਦੀ ਰੋਸ਼ਨੀ ਪੈਦਾ ਹੁੰਦੀ ਹੈ। ਗੁਰਬਾਣੀ ਜਗ ਮੇ ਚਾਨਣ, ਕਰਮ ਬਸੇ ਮਨ ਆਈ। ਕਿਰਪਾ ਹੋ ਜਾਂਦੀ ਹੈ ਸਾਡੇ 'ਤੇ। ਇਹ 4 ਦਰਸ਼ਨ ਨੇ। ਪਰਸਣ, ਸਰਸਣ, ਜਦੋਂ ਅਸੀਂ ਇਹ ਮਾਰਗ 'ਤੇ ਚੱਲਦੇ ਹਾਂ, ਮਨ ਬੁੱਧੀ ਖਿੜੇ ਰਹਿੰਦੇ ਨੇ। ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਇਹ ਵਿਗਾਸ ਮਾਰਗ ਹੈ।
ਚੌਥੇ 'ਚ ਜਾ ਕੇ ਹਰ ਦਾ ਦਰਸ਼ਨ ਇੱਕ ਹੋ ਜਾਂਦੇ ਨੇ। ਇੱਕ ਹੋਣ ਤੋਂ ਬਾਅਦ ਫਿਰ ਹਰ ਦਾ ਜਸ ਗਾਇਆ ਜਾਂਦਾ ਹੈ। ਹਰ ਜਸ ਗਾਏ ਲਈ ਮਨਾ ਜੋ ਸੰਗੀ ਹੈ ਤੇਰੋ, ਉਹ ਆ ਸੰਗੀ ਆਪਣਾ, ਉਹ ਆ ਦੇਵਲੋਕ ਹਰਿਦੁਆਰ, ਇਹ ਸਾਰੇ ਉਹਦੇ ਨਾਂ ਨੇ ਭਾਈ। ਉੱਥੇ ਪਹੁੰਚਣਾ ਆਪਾਂ। ਇਹ ਜਿਹੜੇ ਵਿਚਾਰ 'ਚ ਲੱਗੇ ਹੁੰਦੇ ਨੇ ਆਪਦੇ ਘਰ ਪਹੁੰਚਣ ਖਾਤਰ, ਉਹਨਾਂ ਨੂੰ ਰੱਬ ਨਾਲ ਛੇਤੀ ਤੋਂ ਭਾਵ ਨਾਲ ਰੱਬ ਨਾਲ ਪ੍ਰੇਮ ਹੁੰਦਾ ਵਾ, ਆਪਦੇ ਮੂਲ ਨਾਲ ਪ੍ਰੇਮ ਹੁੰਦਾ, ਉਹ ਲੱਗੇ ਰਹਿੰਦੇ ਨੇ। ਉਹੀ ਤਾਂ ਗੁਰੂ ਕੇ ਪਿਆਰੇ ਨੇ। ਆਏ ਮਿਲ ਗੁਰਸਿੱਖ, ਆਏ ਮਿਲ ਗੁਰਸਿੱਖ ਤੂੰ ਮੇਰੇ ਗੁਰੂ ਕੇ ਪਿਆਰੇ। ਇਹ ਆਪਾਂ ਪ੍ਰਾਪਤੀ ਕਰਨੀ ਹੈ ਭਾਈ। ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਖੇ। ਕਿਤੇ ਵੀ ਜਾਓ, ਗੁਰੂ ਘਰਾਂ 'ਚ ਜਾਓ, ਕਿਤੇ ਧਾਰਮਿਕ ਸਮਾਗਮਾਂ 'ਤੇ ਜਾਓ, ਕੰਮਕਾਰ 'ਤੇ ਵੀ ਜਾਓ, ਤੁਸੀਂ ਕੰਮਕਾਰ ਕਰਦੇ ਹੋਏ ਵੀ ਬਾਣੀ ਨੂੰ ਵਿਚਾਰ ਸਕਦੇ ਹੋ, ਸੁਣ ਸਕਦੇ ਹੋ। ਸੁਣਨ ਦੀ ਵਿਧੀ ਹੈ, ਸੁਣ ਕੇ ਵਿਚਾਰ ਨਹੀਂ ਹੈ, ਫਿਰ ਆਪਦੇ ਆਪ ਸਮਝ ਆਉਣ ਲੱਗ ਜਾਂਦੀ ਹੈ। ਪਹਿਲਾਂ ਸਿੱਧੀ ਅਸੀਂ ਪੜ੍ਹਨਾ ਚਾਹੁੰਦੇ ਹਾਂ, ਹਟ ਜੋਗ ਕਰਦੇ ਹਾਂ, ਬਹੁਤ ਬਾਣੀ ਪੜ੍ਹਦੇ ਹਾਂ, ਪਰ ਸਮਝ ਨਹੀਂ ਆਉਂਦੀ, ਕਿਉਂਕਿ ਮਨ ਹੀ ਨਹੀਂ ਟਿਕਦਾ ਹੈਗਾ, ਕਿਉਂਕਿ ਵਿਧੀ ਹੀ ਨਹੀਂ ਹੈਗੀ ਨਾ। ਪੜ੍ਹ ਗੱਡੀ ਲੱਦੀ ਹੈ, ਪਿੱਛੇ ਵਿਚਾਰ ਕਰਕੇ ਤਾਂ ਆਪਾਂ ਆਏ ਹਾਂ, ਪਰ ਜੇ ਨਹੀਂ ਹਟਦੇ ਫਿਰ ਭਾਈ ਫਿਰ ਨਰਕਾਂ ਨੂੰ ਚਲੇ ਜਾਵਾਂਗੇ। ਤਿੰਨ ਨੇਹ ਲੱਗਾ ਰੱਬ ਛੇਤੀ ਦੇਖਣੇ ਵਿਚਾਰ, ਰੰਗ ਹੱਸੇ ਰੰਗ ਰੋਵੇ ਚੁੱਪੀ ਕਰ ਜਾਏ। ਰੋਣ ਹੱਸਣ ਦੇ ਮਨ ਦੀ ਅਵਸਥਾ ਹੈ ਭਾਈ। ਜਦੋਂ ਹੁਕਮ ਨਾਲ ਟੁੱਟਦਾ ਲਿਵ ਛੁੜਕੀ ਲੱਗੀ, ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਉਦੋਂ ਰੋਂਦਾ ਹੈ। ਉਦੋਂ ਸ਼ੁਰੂ ਹੋ ਜਾਂਦਾ ਰੋਣਾ ਇਹਦਾ। ਫਿਰ ਹੱਸਦਾ ਹੈ। ਆਪਾਂ ਕਹਿੰਦੇ ਵਿਆਹ ਮਾਤਾ ਨਾਲ ਗੱਲਾਂ ਕਰਦਾ, ਨਹੀਂ, ਉਹ ਸਰੀਰ ਦੀ ਖੁਰਾਕ ਮਾਂ ਦੇ ਦਿੰਦੀ ਹੈ, ਦੁੱਧ ਦੇ ਦਿੰਦੀ ਹੈ, ਸਰੀਰ ਦੀ ਲੋੜ ਪੂਰੀ ਹੋ ਜਾਂਦੀ ਹੈ, ਫਿਰ ਹੁਕਮ ਨਾਲ ਜੁੜ ਜਾਂਦਾ ਹੈ। ਫਿਰ ਸੰਸਾਰ 'ਚ ਆ ਕੇ ਰੋਂਦਾ ਹੈ। ਜੋ ਕੋਸ਼ਿਸ਼ ਕਰਦਾ ਹੈ ਫਿਰ ਖੁਸ਼ ਹੁੰਦਾ ਹੈ, ਜੇ ਕੋਈ ਵਿਰੋਧ ਕਰਦਾ ਹੈ ਫਿਰ ਰੋਂਦਾ ਹੈ। ਮਾਨ ਅਪਮਾਨ 'ਚ ਵੀ ਰੋਂਦਾ ਹੈ। ਫਿਰ ਸੰਸਾਰ ਤੋਂ ਜਦੋਂ ਜਾਣਾ ਪੈਂਦਾ ਫਿਰ ਰੋਂਦਾ ਹੈ। ਨੱਚ ਨੱਚ ਹੱਸੈ ਚੱਲੇ ਸੋ ਰੋਏ। ਪਰ ਨਹੀਂ ਭਾਈ, ਇਹ ਕਦ ਤੱਕ ਐਂ ਚੱਲੂਗਾ? ਇਹ ਸਰੀਰ 'ਚ ਰਹਿੰਦੇ ਰਹਿੰਦੇ ਆਪਾਂ ਪ੍ਰਾਪਤੀ ਕਰਨੀ, ਆਪਦੇ ਘਰ ਪਹੁੰਚਣਾ। ਜਿੰਨੀ ਨਾਮ ਤੇ ਆਇਆ ਗਏ ਮੁਸੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਫਿਰ ਸਾਡਾ ਛੁਟਕਾਰਾ ਹੋਣਾ ਵਾ। ਚੁੱਪ ਵੀ ਕਰ ਜਾਏ। ਇਵੇਂ ਜਿਹੜੇ ਗੁਰਸਿੱਖ ਚੱਲਦੇ ਨੇ ਉਹਦੇ ਹੁਕਮ 'ਚ ਹੀ ਹੱਸਦੇ ਨੇ, ਰੋਂਦੇ ਨੇ। ਪਰ ਇੱਕ ਦਿਨ ਐਸਾ ਆ ਜਾਂਦਾ ਹੈ, ਮਾਇਆ ਪਾਰ ਹੋ ਜਾਂਦੀ ਹੈ, ਫਿਰ ਮਨ ਚੁੱਪ ਕਰ ਜਾਂਦਾ। ਉਸ ਅਵਸਥਾ ਦੇ ਵਿੱਚ ਲੇਖਾ ਖਤਮ ਹੁੰਦਾ। ਪਿੱਛੇ ਵੀ ਆਪਾਂ ਵਿਚਾਰਿਆ ਸੀ, ਲੇਖਾ ਛੋੜਾ ਲੇਖੇ ਛੂਟੇ, ਹਮ ਨਿਰਗੁਣ ਲਿਹੋ ਵਾਰੀਏ ਦਾਤਾ ਰਹਿਮਤ ਕਰੋ ਸਾਡੇ 'ਤੇ। ਫਿਰ ਲੇਖਾ ਖਤਮ ਹੁੰਦਾ ਹੈ। ਇਹ ਆਪ ਹੀ ਨਿਬੇੜਨਾ ਭਾਈ, ਆਪਣਾ ਹੱਥੀਂ ਆਪਣਾ ਆਪੇ ਹੀ ਕਾਸ ਵਾਰੀ। ਉਸ ਅਵਸਥਾ 'ਚ ਜਾ ਕੇ ਸਾਡਾ ਲੇਖਾ ਖਤਮ ਹੁੰਦਾ, ਜਦੋਂ ਮਨ ਚੁੱਪ ਕਰ ਜਾਂਦਾ ਹੈ, ਮਾਇਆ ਪਾਰ ਕਰ ਜਾਂਦਾ ਹੈ, ਆਪਦੇ ਮੂਲ ਹਰ 'ਚ ਲਹਿ ਹੋ ਜਾਂਦਾ, ਫਿਰ ਚੁੱਪ ਕਰ ਜਾਂਦਾ। ਫਿਰ ਇਹਦੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਉਹ ਤੀਆ ਪਦਾਰਥ ਹੈ। ਹੁਕਮ ਦਾ ਦਰਸ਼ਨ ਹੁੰਦਾ, ਸਾਨੂੰ ਧੁਰ ਕੀ ਬਾਣੀ ਸੁਣਨੀ ਹੁੰਦੀ ਹੈ। ਚੌਥਾ ਫਿਰ ਇਹਦਾ ਜਨਮ ਹੈ, ਸੱਚਖੰਡ ਦਾ ਵਾਸੀ ਬਣ ਜਾਂਦਾ। ਨਿਰੰਕਾਰ ਕੇ ਦੇਖ ਜਾਏ ਤਾਂ ਸੁੱਖ ਲਹੇ ਮਲ, ਫਿਰ ਆਪਦੇ ਘਰ ਪਹੁੰਚ ਜਾਂਦਾ। ਉਹ ਗੁਰਸਿੱਖਾਂ ਦੀ ਅਵਸਥਾ ਦੱਸਦੇ ਨੇ ਸਤਿਗੁਰੂ। ਚੁੱਪ ਵੀ ਕਰ ਜਾਏ, ਪਰਵਾਹ ਨਹੀਂ ਕਿਸੇ ਕੇਰੀ ਬਾਤ ਸੱਚੇ ਨਾ। ਸੱਚ ਦੇ ਰਾਹ 'ਤੇ ਚੱਲ ਕੇ ਕਿਸੇ ਦੀ ਪਰਵਾਹ ਨਹੀਂ ਕਰਦਾ। ਮਾਇਆ ਆ ਗਈ ਖੁਸ਼ੀ ਨਹੀਂ, ਗਈ ਦੀ ਗਮੀ ਨਹੀਂ, ਸੰਸਾਰ 'ਚ ਮਾਨ ਸਨਮਾਨ ਹੋ ਗਿਆ, ਕੋਈ ਫਰਕ ਨਹੀਂ ਪੈਂਦਾ। ਉਹ ਸਤਿਗੁਰਾਂ ਨੇ ਆਪਾਂ ਨੂੰ 9ਵੇਂ ਪਾਤਸ਼ਾਹ ਸਲੋਕਾਂ ਸਮਝਾਇਆ, ਦੁੱਖ ਸੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਪਵਾਨਾ ਹਰਗ ਸੋਖ ਤੇ ਰਹੇ ਨਿਆਰਾ। ਤਿੰਨ ਜਗ ਤਤ ਪਛਾਣੋ। ਉਹ ਜਗ ਨੂੰ ਜਾਣ ਲੈਂਦੇ ਨੇ ਗੁਰੂ ਦੀ ਕਿਰਪਾ ਨਾਲ। ਗੁਰ ਕਿਰਪਾ ਤਿਸੇ ਜਨ ਜਾਗੇ ਬੋਲੇ ਅੰਮ੍ਰਿਤ ਬਾਣੀ। ਉਹਨਾਂ ਦੀ ਆਤਮਾ ਜਾਗ ਜਾਂਦੀਆਂ ਨੇ, ਉਹਨਾਂ ਦਾ ਅੰਮ੍ਰਿਤ ਵੇਲਾ ਹੋ ਚੁੱਕਿਆ ਹੁੰਦਾ। ਆਤਮਾ ਦੇ ਲੈਵਲ 'ਤੇ ਅੰਮ੍ਰਿਤ ਵੇਲਾ ਇੱਕ ਆ ਸਾਡਾ ਸੰਸਾਰ ਹੀ ਇਹਦਾ ਸਾਰਿਆਂ ਦਾ ਹੀ ਹੁੰਦਾ, ਜਾਨਵਰਾਂ ਦਾ ਵੀ ਹੁੰਦਾ ਭਾਈ, ਚੋਰਾਂ ਦਾ ਵੀ, ਸਾਧਿਆਂ ਦੇ, ਸਾਰਿਆਂ ਦੇ ਹੁੰਦਾ। ਅਸੀਂ ਇਹਦੇ ਨਾਲ ਜੁੜੇ ਰਹਿ ਜਾਂਦੇ ਹਾਂ। ਪ੍ਰਚਾਰਕ ਵੀ ਉਹਨੂੰ ਦੁਹਰਾਈ ਜਾਂਦੇ ਨੇ, ਕਹਿੰਦੇ ਨੇ ਮਰਨਾ ਸੱਚ ਹੈ। ਬਾਣੀ ਕਿੱਥੇ ਬਣਦੀ ਹੈ? ਬਾਣੀ ਤਾਂ ਕਹਿੰਦੀ ਜੰਮਦਾ ਮਰਦਾ ਕੁਛ ਹੈ ਹੀ ਨਹੀਂ ਗਾ ਭਾਈ। ਫਿਰ ਕੀ ਗਾ? ਉਹ ਸਰੀਰ ਬਦਲਦਾ ਹੈ ਭਾਈ, ਕੱਪੜਾ ਬਦਲਦਾ। ਇਹੀ ਤਾਂ ਸਮਝਣ ਆਏ ਸੀ ਆਪਾਂ। ਸੱਚ ਦੇ ਰਾਹ 'ਤੇ ਚੱਲਦਾ, ਪਰਵਾਹ ਨਹੀਂ ਕਿਸੇ ਦੀ ਕਰਦਾ। ਦਰਵਾਟ ਉੱਪਰ ਖਰਚ ਮੰਗਾ, ਜੱਬੇ ਦੇ ਤਾਂ ਖਾਏ। ਦਰਵਾਟ ਮਨ ਬੁੱਧੀ ਫਿਰ ਦਿਨ ਰਾਤ ਸ਼ਬਦ ਦੀ ਵਿਚਾਰ ਦਾ ਗਿਆਨ ਲੈ ਕੇ ਪੌੜੀਆਂ ਚੜ੍ਹਦੇ ਰਹਿੰਦੇ, ਚੱਲਦੇ ਰਹਿੰਦੇ ਆ। ਖਰਚ ਕੀ ਚਾਹੀਦਾ ਉੱਥੇ ਭਾਈ? ਬ੍ਰਹਮ ਗਿਆਨੀ ਕਾ ਭੋਜਨ, ਗਿਆਨ ਮਿਲਦਾ ਰਹਿੰਦਾ ਔਰ ਚੱਲਦਾ ਰਹਿੰਦਾ ਹੈ। ਇੱਕ ਦਿਨ ਐਸਾ ਸਮਾਂ ਆਉਂਦਾ ਹੈ, ਮਨ ਬੁੱਧੀ ਆਪਦੇ ਘਰ ਪਹੁੰਚ ਜਾਂਦੇ ਨੇ। ਖਰਚ ਉਹਨਾਂ ਨੂੰ ਮਿਲਦਾ ਰਹਿੰਦਾ ਵਾ। ਨਾਮ ਰੂਪੀ ਗਿਆਨ ਸ਼ਾਂਤ ਰਹਿੰਦਾ। ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ, ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ। ਠੰਡਾ ਅੰਮ੍ਰਿਤ ਨਾਮ ਪੀਂਦੇ ਰਹਿੰਦੇ ਨੇ, ਅਤੇ ਉਹ ਸੰਸਾਰੀ ਦੌਲਤ ਸੰਪਤ ਵਡਿਆਈਆਂ ਸੋਭਾ ਨੂੰ ਦੇਖ ਕੇ ਡੋਲਦੇ ਨਹੀਂ ਭਾਈ। ਉਹੀ ਤਾਂ ਗੁਰਸਿੱਖ ਨੇ। ਨਹੀਂ, ਮਾਇਆ ਤਾਂ ਭਾਈ ਫਸਾਉਂਦੀ ਹੀ ਫਸਾਉਂਦੀ ਹੈ। ਚੱਲਦੇ ਰਹਿੰਦੇ ਨੇ, ਪਰਵਾਹ ਨਹੀਂ ਕਿਸੇ ਕੇਰੀ ਬਾਂਹ ਸੱਚੇ ਨਾ। ਦਰਵਾਟ ਉੱਪਰ ਖਰਚ ਮੰਗਾ, ਜੱਬੇ ਦੇ ਤਾਂ ਖਾ। ਦੀਵਾਨ ਏਕੋ ਕਲਮ ਏਕਾ ਹੰਮਾ ਤੁਮਾ ਮੇਰ। ਦੀਵਾਨ ਵਿਰਤੀ
ਸਾਰਿਆਂ ਦੀ ਇਕਾਗਰ ਹੋਣੀ ਹੈ। ਜਿੰਨੇ ਵੀ ਆਪਾਂ ਦੇਖ ਰਹੇ ਹਾਂ ਸਾਰਿਆਂ ਨੇ ਉੱਥੇ ਪਹੁੰਚਣਾ, ਸਭ ਨੇ ਸਹੁਰੇ ਵੱਜਣਾ, ਸਭ ਮੁਕਲਾਵਣ ਹਾਰ। ਬਾਬਾ ਫਰੀਦ ਜੀ ਕਹਿੰਦੇ ਅਸਾਂ ਵੀ ਉੱਥੇ ਜਾਣਾ ਹੈ ਭਾਈ। ਆਪਾਂ ਜਾਏ ਮੇਲਾ ਤਿੰਨ ਸੱਜਣਾ ਟੁੱਟੇ ਨਾਹੀ ਨੇਓ, ਆਪਾਂ ਵੀ ਉੱਥੇ ਪਹੁੰਚਣਾ ਵਾ। ਜਦੋਂ ਇਹ ਵਿਰਤੀ ਸਾਡੀ ਹੋਊਗੀ ਇਕਾਗਰ, ਉਹਨੂੰ ਦੀਵਾਨ ਇੱਕੋ, ਕਲਮ ਏਕਾ। ਕਲਮ ਕੀ ਹੈ? ਹੁਕਮ ਸਾਰਿਆਂ 'ਤੇ ਚੱਲਦਾ ਹੈ ਭਾਈ। ਉਹ ਐਸਾ ਹੁਕਮ ਨਹੀਂ ਜਿਹੜਾ ਆਪਾਂ ਲਿਖਿਆ ਜਾਵੇ। ਪਿੱਛੇ ਵੀ ਆਪਾਂ ਵਿਚਾਰਿਆ ਹੁਕਮੀਓ ਬਨਾਕਾਰ ਹੁਕਮ ਨਾ ਕਿਹਾ ਜਾਏ। ਸਾਡੇ ਵਰਗਾ ਨਹੀਂ, ਉਹ ਨਿਰਾਕਾਰ ਦੁਨੀਆ ਦੀ ਵਿਚਾਰ ਹੈ। ਇਹਨੂੰ ਸਮਝਣਾ ਵਾ ਆਪਾਂ। ਦੀਵਾਨ ਇੱਕੋ, ਸਾਰਿਆਂ ਨੇ ਉੱਥੇ ਪਹੁੰਚਣਾ। ਇੱਕ ਵਿਰਤੀ ਜਦੋਂ ਹੋਊਗੀ ਫਿਰ ਪਹੁੰਚਾਂਗੇ ਉੱਥੇ। ਉਹ ਸਾਰੇ ਇੱਕ ਵਿਰਤੀ ਵਾਲੇ ਨੇ, ਹੁਕਮ ਵਾਲੇ ਨੇ ਸਾਰੇ। ਹੰਮਾ ਤੁੰਮਾ ਮੇਲ, ਉੱਥੇ ਜਾ ਕੇ ਮੇਲ ਹੁੰਦਾ ਵਾ। ਦਰ ਲੇਖਾ ਲੈ ਪੀੜ ਛੁੱਟੇ, ਦਰ ਲੈ ਲੇਖਾ ਪੀੜ ਛੁੱਟੇ, ਨਾਨਕਾ ਜਿਉਂ ਤੇਲ। ਜੇ ਆਪਾਂ ਇਹ ਪ੍ਰਾਪਤੀ ਨਹੀਂ ਕਰਦੇ ਫਿਰ ਕੀ ਹਾਲ ਹੁੰਦਾ ਭਾਈ? ਸਤਿਗੁਰ ਸਮਝਾਉਂਦੇ ਨੇ ਭਾਈ, ਜਿਵੇਂ ਤਿਲਾਂ ਦੇ ਵਿੱਚ ਤੇਲ ਹੁੰਦਾ ਫਿਰ ਕਿਵੇਂ ਪੀੜ ਕੇ ਕੱਢਦੇ ਨੇ ਉਹਨੂੰ। ਪੀੜੇ ਤੋਂ ਬਿਨਾਂ ਤੇਲ ਥੋੜ੍ਹੀ ਨਿਕਲੂਗਾ ਭਾਈ। ਜੇ ਆਪਾਂ ਤੇਲ ਨੂੰ ਕਹੀਏ ਵੀ ਬਾਹਰ ਆ ਜਾਏ, ਆ ਜਾਊਗਾ ਭਾਈ ਉਹ। ਜੇ ਪੁਲਿਸ ਵਾਲੇ ਚੋਰ ਨੂੰ ਕਹਿਣ ਚੋਰ ਜੀ ਤੁਸੀਂ ਇਹ ਚੋਰੀ ਕੀਤੀ ਹੈ, ਦੱਸ ਦਊਗਾ ਭਾਈ? ਫਿਰ ਉਹ ਤਾਂ ਆਪਣੇ ਨਾਲ ਹੋਊਗਾ ਹੀ ਭਾਈ। ਫਿਰ ਦੁੱਖਾਂ ਦਾ ਪਹਾੜ ਤਾਂ ਟੁੱਟੂਗਾ ਹੀ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ। ਗੁਰ ਕੇ ਚਰਨ ਬਾਣੀ ਦੇ ਲੜ ਫੜੀਏ, ਆਪਦੇ ਘਰ ਪਹੁੰਚੀਏ, ਲੋਕ ਪਰਲੋਕ ਆਪਣਾ ਸਹਾਈ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।